ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ। ਅੱਜ ਖਾਸ ਮਸਲਿਆਂ ਦੇ ਉੱਤੇ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਨੀ ਹੈ। ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਸੈਸ਼ਨ ਦੇ ਦਰਮਿਆਨ ਕੁਝ ਅਜਿਹੀਆਂ ਗੱਲਾਂ ਕਹੀਆਂ ਗਈਆਂ ਜਿਨ੍ਹਾਂ ਨੂੰ ਲੈ ਕੇ ਚਰਚਾਵਾਂ ਬਹੁਤ ਨੇ। ਕਿਸਾਨ ਆਗੂਆਂ ਦੀ ਪ੍ਰਤੀਕਿਰਿਆ ਉਸ ਬਿਆਨਾਂ ਦੇ ਉੱਤੇ ਆਈ ਹੈ। ਸਿਆਸੀ ਤੌਰ ਦੇ ਉੱਤੇ ਪ੍ਰਤੀਕਰਮ ਆਏ ਨੇ ਉਸ ਬਿਆਨਾਂ ਦੇ ਉੱਤੇ। ਕੀ ਕੁਝ ਉਸ ਭਾਸ਼ਣ ਦੇ ਵਿੱਚ ਖਾਸ ਸੀ ਅਤੇ ਉਸ ਭਾਸ਼ਣ ਦੇ ਵਿੱਚੋਂ ਜੋ ਵੱਖ-ਵੱਖ ਪ੍ਰਤੀਕਿਰਿਆਵਾਂ ਨੇ ਉਸ ਦੇ ਉੱਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਨਵਜੋਤ ਸਿੰਘ ਸਿੱਧੂ ਆਖਿਰਕਾਰ ਸੋਨੀਆ ਗਾਂਧੀ ਨੂੰ ਕਿਉਂ ਮਿਲ ਕੇ ਆਏ ਨੇ ਤੇ ਇਹਨਾਂ ਦੇ ਦਰਮਿਆਨ ਕੀ ਗੱਲਬਾਤ ਹੋਈ ਹੈ, ਇਸ ਦੇ ਉੱਤੇ ਵੀ ਚਰਚਾ ਪ੍ਰੋਗਰਾਮ ਦੇ ਵਿੱਚ ਕਰਾਂਗੇ। ਨਵਦੀਪ ਕੌਰ ਜਿਸ ਦੀ ਚਰਚਾ ਬਹੁਤ ਹੈ ਸੋਸ਼ਲ ਮੀਡੀਆ ਦੇ ਉੱਤੇ, ਲਗਾਤਾਰ ਫੋਟੋਆਂ ਵਾਇਰਲ ਹੋ ਰਹੀਆਂ ਨੇ। ਆਖਿਰਕਾਰ ਨਵਦੀਪ ਕੌਣ ਹੈ, ਕੀ ਹੈ ਨਵਦੀਪ ਦਾ ਮਾਮਲਾ ਤੇ ਇਸ ਦੇ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਕਿਸ ਤਰ੍ਹਾਂ ਸਟੈਂਡ ਲੈ ਰਹੀ ਹੈ, ਇਸ ਦੇ ਉੱਤੇ ਵੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਰਹੇਗੀ। ਸੋ ਹੋਰ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਚੱਲਦੇ ਪ੍ਰੋਗਰਾਮ ਦੇ ਦੌਰਾਨ ਕਰਦੇ ਜਾਵਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ, ਫਿਰ ਚਰਚਾ ਤੇ ਗੱਲਬਾਤ ਹੈ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਸਾਰੇ ਪੰਜਾਬੀਆਂ ਦਾ ਹੀ ਧੰਨਵਾਦ। ਡੱਲਾ ਜੀ, ਜੋ ਕੁਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੇ ਦਰਮਿਆਨ ਖਾਸ ਸੀ, ਪਹਿਲਾਂ ਮੈਂ ਕਹਿੰਦਾ ਕਿ ਉਸ ਤੋਂ ਸ਼ੁਰੂਆਤ ਕਰ ਲਈਏ ਜੀ। ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਤਾਂ ਸਿੱਖ ਭਾਈਚਾਰੇ ਦਾ ਖਾਸ ਤੌਰ ਤੇ ਜ਼ਿਕਰ ਕੀਤਾ। ਪਾਰਲੀਮੈਂਟ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਇੱਕ ਤਰੀਕੇ ਨਾਲ ਉਹ ਕਰ ਰਹੇ ਸੀ। ਜਦੋਂ ਰਾਸ਼ਟਰਪਤੀ ਪਾਰਲੀਮੈਂਟ ਦੇ ਸੈਸ਼ਨ 'ਚ ਆਪਣਾ ਭਾਸ਼ਣ ਦਿੰਦੇ ਨੇ, ਉਸ ਸਰਕਾਰ ਦੀ ਕਾਰਗੁਜ਼ਾਰੀ ਦੱਸਦੇ ਨੇ, ਵਿਜ਼ਨ ਦੱਸਦੇ ਨੇ ਸਰਕਾਰ ਦਾ। ਉਸ ਤੋਂ ਬਾਅਦ ਉਹਨਾਂ ਦੇ ਪ੍ਰਸਤਾਵ ਦੇ ਉੱਤੇ ਧੰਨਵਾਦ ਦੇ ਤੌਰ ਦੇ ਉੱਤੇ ਅਖੀਰ 'ਚ ਬਹਿਸ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਵੀ ਆਪਣੀਆਂ ਗੱਲਾਂ ਰੱਖਦੀਆਂ ਨੇ। ਧੰਨਵਾਦ ਪ੍ਰਸਤਾਵ ਤੇ ਬਹਿਸ ਵੀ ਹੁੰਦੀ ਹੈ। ਇਸ ਵਾਰ ਕਿਸਾਨ ਕਾਨੂੰਨਾਂ ਦੇ ਉੱਤੇ ਵੀ ਧੰਨਵਾਦ ਪ੍ਰਸਤਾਵ ਦੇ ਸਮੇਂ ਤੇ ਹੀ ਬਹਿਸ ਹੋਈ ਤੇ ਮੋਦੀ ਜੀ ਧੰਨਵਾਦ ਕਰ ਰਹੇ ਸਨ ਪ੍ਰਧਾਨ ਮੰਤਰੀ। ਔਰ ਪ੍ਰਧਾਨ ਮੰਤਰੀ ਨੇ ਕਈ ਅਹਿਮ ਗੱਲਾਂ ਕੀਤੀਆਂ ਨੇ। ਇੱਕ ਤਾਂ ਉਹਨਾਂ ਨੇ ਸਿੱਖ ਭਾਈਚਾਰੇ ਦਾ ਫਿਰ ਧੰਨਵਾਦ ਕੀਤਾ। ਜਿਵੇਂ ਗੱਲਾਂ ਆਈਆਂ ਨੇ, ਪ੍ਰਧਾਨ ਮੰਤਰੀ ਹੁਣੀ ਕਹਿੰਦੇ ਵੀ ਮੈਨੂੰ ਔਰ ਸਾਨੂੰ, ਉਹਨਾਂ ਨੇ ਸਾਨੂੰ ਮਤਲਬ ਭਾਰਤ ਨੂੰ ਉਹਨਾਂ ਨੇ ਸੰਬੋਧਨ ਕੀਤਾ ਕਿ ਸਾਨੂੰ ਹਰ ਸਿੱਖ ਤੇ ਮਾਣ ਹੈ। ਉਹ ਕਹਿੰਦੇ ਜਿੰਨਾ ਵੀ ਸਨਮਾਨ ਇਸ ਭਾਈਚਾਰੇ ਨੂੰ ਅਸੀਂ ਦੇ ਰਹੇ ਹਾਂ ਜਾਂ ਦੇਵਾਂਗੇ ਜਾਂ ਦਿੱਤਾ ਹੈ, ਉਹ ਵੀ ਘੱਟ ਹੈ। ਮਤਲਬ ਕਿ ਪ੍ਰਧਾਨ ਮੰਤਰੀ ਇਹ ਮਹਿਸੂਸ ਕਰ ਰਹੇ ਸੀ ਕਿ ਸਿੱਖ ਭਾਈਚਾਰੇ ਦੀ ਜਿਹੜੀ ਦੇਣ ਹੈ, ਉਹਨਾਂ ਨੇ ਕਿਹਾ ਨਹੀਂ ਪਰ ਉਹਨਾਂ ਦੇ ਸੰਬੋਧਨ 'ਚੋਂ ਇਹ ਗੱਲ ਮਹਿਸੂਸ ਕੀਤੀ ਜਾ ਸਕਦੀ ਸੀ ਕਿ ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ ਲਈ ਜੋ ਕੁਝ ਕੀਤਾ ਹੈ, ਦੇਸ਼ ਦੀ ਤਰੱਕੀ ਲਈ ਜੋ ਕੁਝ ਕੀਤਾ ਹੈ, ਮੁਸੀਬਤ ਸਮੇਂ ਲੋਕਾਂ ਲਈ ਜੋ ਕੁਝ ਕੀਤਾ। ਕਿਉਂਕਿ ਲਗਾਤਾਰ ਮਹਾਮਾਰੀ ਦੇ ਦੌਰ ਦੀ ਗੱਲ ਆਉਂਦੀ ਹੈ, ਕੋਵਿਡ ਦੀ। ਦੇਖੋ ਕਿੰਨਾ ਲੋਕਾਂ ਨੂੰ ਲੰਗਰ ਦੀ ਸੇਵਾ ਹੋਈ, ਗੁਰਦੁਆਰਾ ਸਾਹਿਬਾਨਾਂ ਦੇ ਵਿੱਚੋਂ ਕਿਵੇਂ ਮਦਦ ਕੀਤੀ ਗਈ। ਔਰ ਹਮੇਸ਼ਾ ਹੀ ਦੇਸ਼ 'ਤੇ ਜਦੋਂ ਵੀ ਦੁੱਖ ਦੀ ਘੜੀ ਆਉਂਦੀ ਹੈ ਤੇ ਸਿੱਖ ਭਾਈਚਾਰੇ ਦੇ ਲੋਕ ਸਭ ਤੋਂ ਮੂਹਰੇ ਆ ਕੇ ਖੜੇ ਹੁੰਦੇ ਨੇ। ਔਰ ਭਾਵੇਂ ਸਾਡੀ ਫੌਜ ਹੈ, ਭਾਵੇਂ ਦੂਸਰੇ ਸਾਡੇ ਜਿਹੜੇ ਦੁਸ਼ਮਣਾਂ ਦੇ ਹਮਲੇ ਸਾਡੇ ਤੇ ਹੋਏ, ਉਸ ਵੇਲੇ ਵੀ ਸਭ ਤੋਂ ਮੂਹਰੇ ਸਾਡੇ ਪੰਜਾਬੀ। ਔਰ ਜਿਵੇਂ ਪ੍ਰਤਾਪ ਬਾਜਵਾ ਨੇ ਵੀ ਪਾਰਲੀਮੈਂਟ 'ਚ ਕਿਹਾ, ਮੈਂ ਬਾਰ-ਬਾਰ ਪ੍ਰਤਾਪ ਬਾਜਵਾ ਦੀ ਗੱਲ ਕਰਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਡੇ ਸਭ ਤੋਂ ਪਹਿਲਾਂ ਪੰਜਾਬੀ ਤਿਰੰਗਿਆਂ 'ਚ ਲਿਪਟ ਕੇ ਆਉਂਦੇ ਨੇ, ਮੂਹਰੇ ਸਰਹੱਦ ਦੇ ਸਭ ਤੋਂ ਅੱਗੇ ਸਾਡੇ ਪੰਜਾਬੀ। ਹੁਣ ਇਹ ਗੱਲ ਪ੍ਰਧਾਨ ਮੰਤਰੀ ਨੇ ਇਸ ਕਰਕੇ ਹੋਰ ਜ਼ੋਰ ਦੇ ਕੇ ਕਹੀ। ਪ੍ਰਧਾਨ ਮੰਤਰੀ ਕਿਉਂਕਿ ਰਹੇ ਨੇ ਪੰਜਾਬ 'ਚ ਬਹੁਤ ਲੰਮਾ ਸਮਾਂ, ਭਾਰਤੀ ਜਨਤਾ ਪਾਰਟੀ ਦੇ ਪ੍ਰਭਾਰੀ ਦੇ ਤੌਰ ਤੇ ਬਹੁਤ ਲੰਮਾ ਸਮਾਂ ਨਰਿੰਦਰ ਮੋਦੀ ਪੰਜਾਬ 'ਚ ਵਿਚਰੇ ਨੇ। ਉਹ ਬਹੁਤ ਜ਼ਮੀਨੀ ਪੱਧਰ ਤੇ ਪੰਜਾਬ ਨੂੰ ਸਮਝਦੇ ਨੇ। ਸੋ ਇਸ ਕਰਕੇ ਪ੍ਰਧਾਨ ਮੰਤਰੀ ਨੇ ਜਿਹੜੀ ਹੈ ਅੱਜ ਇਹ ਬਹੁਤ ਵੱਡੀ ਗੱਲ ਕਹੀ ਹੈ। ਹੁਣ ਦੇਖੋ ਗਗਨ, ਮਨਮੋਹਨ ਸਿੰਘ ਦਾ ਵੀ ਜ਼ਿਕਰ ਕਰਤਾ ਪ੍ਰਧਾਨ ਮੰਤਰੀ। ਹੁਣ ਅੱਜ ਪ੍ਰਧਾਨ ਮੰਤਰੀ ਸਾਹਿਬ ਕੱਲ ਕਹਿੰਦੇ ਪਾਰਲੀਮੈਂਟ 'ਚ ਕਿ ਮਨਮੋਹਨ ਸਿੰਘ ਵੀ ਕਿਸਾਨਾਂ ਨੂੰ ਅਨਾਜ ਵੇਚਣ ਦੀ ਆਜ਼ਾਦੀ ਦੇਣਾ ਚਾਹੁੰਦੇ ਸੀ, ਖੁੱਲ੍ਹਾ ਬਾਜ਼ਾਰ ਦੇਣਾ ਚਾਹੁੰਦੇ ਸੀ। ਸੋ ਮਨਮੋਹਨ ਸਿੰਘ ਦਾ ਜ਼ਿਕਰ ਵੀ ਆ ਗਿਆ ਕਿਉਂਕਿ ਨਿਸ਼ਚਿਤ ਤੌਰ ਦੇ ਉੱਤੇ ਖੇਤੀਬਾੜੀ ਸੈਕਟਰ 'ਚ ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ ਸਾਹਿਬ ਔਰ ਮਨਮੋਹਨ ਸਿੰਘ, ਇਹ ਤਿੰਨ ਲੋਕਾਂ ਨੇ ਬਹੁਤ ਚੰਗੀਆਂ ਨੀਤੀਆਂ ਆਪਣੇ ਸਮੇਂ ਦੇ ਵਿੱਚ ਬਣਾਈਆਂ। ਉਹੀ ਨੀਤੀਆਂ ਅੱਗੇ ਵਧ ਰਹੀਆਂ ਨੇ ਔਰ ਮੋਦੀ ਸਾਹਿਬ ਵੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਵੀ ਉਹਨਾਂ ਨੀਤੀਆਂ ਨੂੰ ਅੱਗੇ ਵਧਾ ਰਹੇ ਹਾਂ। ਇਹ ਉਹਨਾਂ ਨੇ ਪਾਰਲੀਮੈਂਟ 'ਚ ਆਪਣੀ ਗੱਲ ਰੱਖੀ ਹੈ। ਹਾਲਾਂਕਿ ਭਾਵੇਂ ਅਟਲ ਬਿਹਾਰੀ ਵਾਜਪਾਈ ਸੀ, ਭਾਵੇਂ ਮਨਮੋਹਨ ਸਿੰਘ ਸੀ, ਭਾਵੇਂ ਨਰਸਿਮਹਾ ਰਾਓ ਹੋਰੀ ਸੀ ਜਾਂ ਭਾਵੇਂ ਨਰਿੰਦਰ ਮੋਦੀ ਹੋਰੀ ਨੇ, ਅੱਜ ਦੇ ਹਾਲਾਤਾਂ 'ਚ ਕਿਸਾਨਾਂ ਦੀ ਗੱਲ ਸੁਣ ਕੇ, ਕਿਸਾਨਾਂ ਦੀ ਗੱਲ ਨੂੰ ਸਮਝ ਕੇ ਬਹੁਤ ਬਰੀਕੀ ਦੇ ਨਾਲ ਅੱਗੇ ਫੈਸਲੇ ਲੈਣ ਦੀ ਲੋੜ ਹੈ। ਔਰ ਜਿਵੇਂ ਜਿਵੇਂ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਸਪਸ਼ਟ ਕਹਿਤਾ ਪਾਰਲੀਮੈਂਟ 'ਚ ਵੀ ਮੈਂ ਕਿਸਾਨ ਸੰਗਠਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ ਕਰਦਾ, ਸਰਕਾਰ ਗੱਲਬਾਤ ਲਈ ਤਿਆਰ ਹੈ, ਸਰਕਾਰ ਸੁਧਾਰਾਂ ਲਈ ਤਿਆਰ। ਇਹ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਅੱਜ। ਔਰ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ
ਕਿ ਕਿਸਾਨਾਂ ਦਾ ਰਿਐਕਸ਼ਨ ਆਊਗਾ। ਕਿਸਾਨਾਂ ਦਾ ਰਿਐਕਸ਼ਨ ਆਇਆ। ਰਕੇਸ਼ ਟਕੈਤ ਨੇ ਫਿਰ ਰਿਐਕਸ਼ਨ ਦਿੱਤਾ। ਰਕੇਸ਼ ਟਕੈਤ ਕਹਿੰਦੇ ਕਿ ਅਸੀਂ ਜੇ ਘਰ ਚਲੇ ਜਾਵਾਂਗੇ ਤੇ ਸਰਕਾਰ ਨਾਲ ਗੱਲਬਾਤ ਕੌਣ ਕਰੂ? ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਸਰਕਾਰ ਸਾਡੀ ਗੱਲਬਾਤ ਸੁਣੇ, ਸਾਡੇ ਖਦਸ਼ੇ ਦੂਰ ਕਰੇ, MSP ਤੇ ਕਾਨੂੰਨ ਬਣਾਵੇ। ਹੁਣ ਰਕੇਸ਼ ਟਕੈਤ ਉਹਨਾਂ ਨੇ ਔਰ ਹੋਰ ਕਈ ਲੀਡਰਾਂ ਨੇ ਫਿਰ ਉਹੀ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਕਹਿ ਰਹੇ ਹੋ MSP ਜਾਰੀ ਰਹੇਗੀ। ਕਹਿੰਦੇ MSP ਜਾਰੀ ਰਹਿਣ ਨਾਲ ਮਸਲਾ ਹੱਲ ਨਹੀਂ ਹੁੰਦਾ, ਸਾਨੂੰ ਕਾਨੂੰਨਨ ਗਰੰਟੀ ਇਹ ਚਾਹੀਦੀ ਹੈ ਕਿ MSP ਤੇ ਖਰੀਦ ਹੋਏਗੀ, ਕਿਉਂਕਿ MSP ਤੇ ਜਿਹੜੀ ਖਰੀਦ ਹੈ ਉਹ ਨਹੀਂ ਹੁੰਦੀ ਮੁਲਕ 'ਚ। ਇਹਦੇ ਲਈ ਸਜ਼ਾ ਦਾ ਪ੍ਰਾਵਧਾਨ ਨਹੀਂ ਕਾਨੂੰਨ 'ਚ। ਕਾਨੂੰਨ ਕਿਉਂ ਮੰਗ ਰਹੇ ਨੇ ਕਿਸਾਨ ਕਿ MSP ਤੇ ਕਾਨੂੰਨ ਬਣੇ? ਜੇ MSP ਤੇ ਕਾਨੂੰਨ ਬਣੇਗਾ ਤੇ ਹਰ ਫਸਲ ਹੈ ਜਿਹੜੀ ਉਹ MSP ਤੇ ਚੱਕਣੀ ਲਾਜ਼ਮੀ ਹੋ ਜਾਏਗੀ। ਜੇ ਕੋਈ ਫਸਲ MSP ਤੇ ਨਹੀਂ ਚੱਕੇਗਾ ਤੇ ਉਸ ਕੰਪਨੀ ਤੇ ਡਰ ਹੋਏਗਾ, ਉਸ ਵਿਅਕਤੀ ਨੂੰ ਡਰ ਹੋਏਗਾ ਵੀ ਮੈਂ MSP ਤੇ ਫਸਲ ਨਹੀਂ ਚੱਕ ਰਿਹਾ, ਕਿਤੇ ਮੇਰੇ ਤੇ ਕਾਰਵਾਈ ਨਾ ਹੋ ਜਾਏ। ਕਿਸਾਨ ਇਹ ਚਾਹੁੰਦੇ ਨੇ, ਕਿਉਂਕਿ ਦੇਖੋ ਸੋਨੇ ਦਾ ਮੁੱਲ ਦੇਖੋ ਕਿੱਥੇ ਚੜ ਗਿਆ ਜੀ। ਬਿਲਕੁਲ। ਆ ਮੈਨੂੰ ਪਤਾ ਲੱਗਿਆ, ਮੈਂ ਚਲੋ ਸੋਨਾ ਬਾਹਲਾ ਸੋਨੇ ਦਾ ਮੈਨੂੰ ਜਾਣਕਾਰੀ ਨਹੀਂ ਆ 4700 4800 ਰੁਪਏ ਮੇਰੇ ਖਿਆਲ ਗ੍ਰਾਮ ਦੇ ਹਿਸਾਬ ਨਾਲ ਹੋਇਆ ਪਿਆ ਸੀ ਸੋਨਾ। ਦੇਖੋ ਸੋਨਾ ਕਿੱਥੇ ਚਲਾ ਗਿਆ ਜੀ। ਕਣਕ ਦਾ ਮੁੱਲ ਕਿੱਥੇ ਗਿਆ ਦੇਖ ਲਓ। 8 ਰੁਪਏ ਕਿਲੋ ਝੋਨਾ ਕਿਸਾਨ ਵੇਚ ਰਹੇ, 8 ਰੁਪਏ ਕਿਲੋ ਝੋਨਾ ਵੇਚ ਰਿਹਾ ਕਿਸਾਨ ਜੀ। ਕਣਕ ਦੇਖ ਲਓ ਕਿੰਨੇ 'ਚ ਵਿਕ ਰਹੀ ਹੈ ਤੇ ਮਿਲ ਕਿੰਨੇ 'ਚ ਰਹੀ ਹੈ। ਕਿਸਾਨ ਰਕੇਸ਼ ਟਕੈਤ ਨੇ ਵੀ ਇਹੀ ਕਿਹਾ, ਹੋਰ ਸਾਡੇ ਕਿਸਾਨ ਲੀਡਰਾਂ ਨੇ ਵੀ ਕਿਹਾ ਕਿ ਇਸ ਬੁਨਿਆਦੀ ਗੱਲ ਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡਾ ਉਤਪਾਦਨ ਹੈ ਜਿਹੜਾ, ਭਾਵੇਂ ਕਣਕ ਹੈ, ਭਾਵੇਂ ਝੋਨਾ ਹੈ, ਭਾਵੇਂ ਸਬਜ਼ੀ ਹੈ, ਉਹ ਕਿਸ ਮੁੱਲ 'ਚ ਵਿਕ ਰਿਹਾ। ਉਹਦੇ ਲਈ ਸਾਨੂੰ ਕਾਨੂੰਨ ਚਾਹੀਦਾ MSP ਦਾ, ਕਿ ਮਿਨੀਮਮ ਸਪੋਰਟ ਪ੍ਰਾਈਸ ਕਾਨੂੰਨ ਹੋਵੇ ਕਿ ਇਹ ਘੱਟੋ ਘੱਟ ਸਮਰਥਨ ਮੁੱਲ ਕਾਨੂੰਨ ਹੈ। ਹਰ ਕਿਸੇ ਨੂੰ ਘੱਟੋ ਘੱਟ ਆਹ ਮੁੱਲ ਤਾਂ ਦੇਣਾ ਹੀ ਪਊਗਾ। ਔਰ ਉਹ ਘੱਟੋ ਘੱਟ ਮੁੱਲ ਹੈ ਜਿਹੜਾ ਉਹ ਵੀ ਬਿਲਕੁਲ ਘੱਟ ਨਾ ਹੋਵੇ, ਉਹ ਵੀ ਇੱਕ ਸਮਾਨਤਾ ਦਿਖਾਵੇ ਕਿ ਹਾਂ ਕਿਸਾਨ ਵੀ ਇੱਕ ਜਿਹੜਾ ਹੈਗਾ ਉਹ ਆਪਣੀ ਉਪਜ ਜਿੰਨੀ ਉਹ ਮਿਹਨਤ ਲਾਉਂਦਾ, ਪਸੀਨਾ ਲਾਉਂਦਾ, ਦਿਹਾੜੀ ਲਾਉਂਦਾ, ਉਹਨੂੰ ਉਹਦੀ ਮਿਹਨਤ ਦੇ ਮੁਤਾਬਕ ਉਹਨੂੰ ਮੁੱਲ ਮਿਲੇ। ਸੋ ਮਤਲਬ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਤੋਂ ਬਾਅਦ ਵੀ ਕਿਸਾਨ ਸੰਗਠਨਾਂ ਦਾ ਰੁਖ ਹੈ ਜਿਹੜਾ ਗਗਨ, ਉਹ ਉਸੇ ਤਰ੍ਹਾਂ ਕਾਇਮ ਹੈ। ਸੋ ਇਹਦਾ ਮਤਲਬ ਇਹ ਹੈ ਕਿ ਮੈਨੂੰ ਜਿਹੜੀ ਆਸ ਬਣੀ ਸੀ ਕਿ ਅਗਰ ਪ੍ਰਧਾਨ ਮੰਤਰੀ ਕੋਈ ਹੋਰ ਵੱਡਾ ਐਲਾਨ ਕਰ ਦੇਣਗੇ, ਤੇ ਮੈਂ ਸੋਚਿਆ ਸੀ ਕਿ ਪਾਰਲੀਮੈਂਟ ਦੇ ਸੈਸ਼ਨ 'ਚ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਹੋ ਸਕਦਾ ਹੈ ਕਿਸਾਨਾਂ ਤੇ ਸਰਕਾਰ 'ਚ ਗੱਲਬਾਤ ਦੁਬਾਰਾ ਸ਼ੁਰੂ ਹੋਵੇ। ਮੈਂ ਆਸ ਕਰਦਾ, ਮੈਂ ਅਪੀਲ ਅਰਦਾਸ ਵੀ ਕਰਦਾ ਕਿ ਜ਼ਰੂਰ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਔਰ ਪ੍ਰਧਾਨ ਮੰਤਰੀ ਨੂੰ ਪਹਿਲ ਕਰਕੇ ਹੁਣੇ ਗੱਲਬਾਤ ਸ਼ੁਰੂ ਕਰਾ ਦੇਣੀ ਚਾਹੀਦੀ ਹੈ ਮੰਤਰੀਆਂ ਦੇ ਨਾਲ। ਹੋ ਸਕੇ ਤਾਂ ਪ੍ਰਧਾਨ ਮੰਤਰੀ ਵੀ ਸਾਡੇ ਕਿਸਾਨ ਲੀਡਰਾਂ ਨਾਲ ਇੱਕ ਮੀਟਿੰਗ ਕਰ ਲੈਣ, ਬੈਠਕ ਕਰ ਲੈਣ, ਇੱਕ ਰਸਮੀ ਮੁਲਾਕਾਤ ਕਰ ਲੈਣ। ਹੋ ਸਕਦਾ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਰ ਨਜ਼ਦੀਕ ਤੋਂ ਕਿਸਾਨ ਵੀ ਗੱਲ ਆਪਣੀ ਸਮਝਾਉਣ 'ਚ ਕਾਮਯਾਬ ਹੋ ਜਾਣ। ਦੇਖੋ ਪ੍ਰਧਾਨ ਮੰਤਰੀ ਕੋਲੇ ਬਹੁਤ ਸਾਧਨ ਨੇ। ਪਾਰਲੀਮੈਂਟ 'ਚ ਉਹਨਾਂ ਨੇ ਭਾਸ਼ਣ ਦਿੱਤਾ, ਰੇਡੀਓ 'ਚ ਮਨ ਕੀ ਬਾਤ ਕਰਦੇ ਨੇ, ਦੂਰਦਰਸ਼ਨ ਸਰਕਾਰੀ ਚੈਨਲ ਵਰਤ ਸਕਦੇ ਨੇ। ਕਿਸਾਨ ਤਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲ ਕੇ ਹੀ ਸਾਰੀ ਗੱਲ ਸਮਝਾ ਸਕਦੇ ਆ ਨਾ, ਕਿਉਂਕਿ ਕਿਸਾਨਾਂ ਦੀ ਸਾਰੀ ਗੱਲ ਨਾ ਟੈਲੀਵਿਜ਼ਨ ਨੇ ਦਿਖਾਣੀ ਹੈ, ਉਹ ਕੱਟ ਦਿੰਦੇ ਆ ਟੈਲੀਵਿਜ਼ਨ ਵਾਲੇ ਤਾਂ ਜੀ। ਉਹਨਾਂ ਦਾ ਆਪਣਾ ਟਾਈਮ ਹੈ, ਉਹਨਾਂ ਨੇ ਵਿੱਚ ਇਸ਼ਤਿਹਾਰ ਚਲਾਉਣੇ ਹੁੰਦੇ ਨੇ, ਹੋਰ ਪ੍ਰੋਗਰਾਮ ਵੀ ਟੈਲੀਵਿਜ਼ਨਾਂ ਦੇ ਆ ਜਾਂਦੇ ਨੇ, ਕਈ ਤਰ੍ਹਾਂ ਦੇ ਟੈਲੀਵਿਜ਼ਨਾਂ 'ਚ ਡਿਬੇਟ ਡਿਸਕਸ਼ਨ ਚੱਲਦੇ ਨੇ। ਹੁਣ ਇਹ ਗੱਲ ਅਗਰ ਜਦ ਤੱਕ ਸ਼ੁਰੂ ਨਹੀਂ ਹੁੰਦੀ, ਇਹ ਰੇੜਕਾ ਖਤਮ ਨਹੀਂ ਹੋਣਾ। ਸੋ ਸਮਝੌਤੇ ਵਾਲੇ ਪਾਸੇ ਹਾਲ ਦੀ ਘੜੀ ਜਿਹੜੀ ਕੋਈ ਮੈਨੂੰ ਗੱਲ ਹੈ ਉਹ ਜਾਂਦੀ ਨਜ਼ਰ ਨਹੀਂ ਆਉਂਦੀ। ਬਾਕੀ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਗੱਲਾਂ ਬਹੁਤ ਉਹੀ ਕੀਤੀਆਂ ਨੇ ਜਿਹੜੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਵੱਖ-ਵੱਖ ਮੰਚ ਤੋਂ। ਪ੍ਰਧਾਨ ਮੰਤਰੀ ਨੇ ਇਹ ਜ਼ਰੂਰ ਕਿਹਾ ਕਿ ਹੁਣ ਤੱਕ ਕਹਿੰਦੇ ਅਸੀਂ 1,15,000 ਕਰੋੜ ਕਿਸਾਨਾਂ ਦੇ ਖਾਤੇ 'ਚ ਭੇਜ ਚੁੱਕੇ ਹਾਂ, ਕਿਉਂਕਿ ਤੁਹਾਨੂੰ ਪਤਾ ਸਾਲ 'ਚ 2 ਵਾਰੀ 6-6 ਹਜ਼ਾਰ ਰੁਪਏ ਦੀ ਕਿਸ਼ਤ ਜਾਂਦੀ ਹੈ ਕਿਸਾਨ ਜੀ। ਪਰ ਕਿਸਾਨ ਕਹਿੰਦੇ ਕਿ ਸਾਨੂੰ ਫਸਲ ਦਾ ਮੁੱਲ ਦੇ ਦਿਓ। ਠੀਕ ਹੈ, ਜਿਹੜੀ ਸਰਕਾਰ ਇਹ ਵੀ ਪੈਸਾ ਦੇ ਰਹੀ ਹੈ, ਟੈਕਸਾਂ 'ਚੋਂ ਇਕੱਠਾ ਹੋਇਆ ਪੈਸਾ ਹੈ, ਸਰਕਾਰ ਦਾ ਧੰਨਵਾਦ ਹੈ ਕਿ ਇਹ ਪੈਸਾ ਵੀ ਕਿਸਾਨਾਂ ਨੂੰ ਜਾ ਰਿਹਾ, ਪਰ ਕਿਸਾਨ ਆਪਣੀ ਮਿਹਨਤ ਦਾ ਮੁੱਲ ਮੰਗ ਰਿਹਾ। ਮਿਹਨਤ ਦਾ ਮੁੱਲ ਦੇਣਾ ਵੀ ਬਹੁਤ ਜ਼ਰੂਰੀ ਹੈ ਔਰ ਇਸੇ ਕਰਕੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਖੇਤੀ ਕਾਨੂੰਨਾਂ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਬਹੁਤ ਸਾਰੀਆਂ, ਉਹ ਸਾਨੂੰ ਮਾਫਕ ਨਹੀਂ। ਔਰ ਇਹਦੇ ਤੇ ਬਹੁਤ ਸਾਰੇ ਪੋਲੀਟੀਕਲ ਰਿਐਕਸ਼ਨ ਵੀ ਆਏ ਨੇ। ਪ੍ਰਧਾਨ ਮੰਤਰੀ ਦਾ ਭਾਸ਼ਣ ਸੀ ਪਾਰਲੀਮੈਂਟ 'ਚ, ਸੋ ਪਾਰਲੀਮੈਂਟ ਦੇ ਨੁਮਾਇੰਦਿਆਂ ਦਾ, ਹੋਰ ਪੋਲੀਟੀਕਲ ਹਸਤੀਆਂ ਦਾ ਕੀ ਕਹਿਣਾ ਗਗਨ, ਇੱਕ ਵਾਰੀ ਤੁਸੀਂ ਜ਼ਰੂਰ ਸੁਣਾ ਦਿਓ ताकि ਆਪਾਂ ਅੱਗੇ ਵਧੀਏ। तो मैं प्रधानमंत्री जी को यही गुजारिश करूंगा, आपने अच्छे शब्द बरते हैं, मैं उसका वेलकम करता हूं। और कृपा करके आपकी जो जमात है, आपकी पार्टी है, उसके ही बहुत सारे लोग हैं जो पंजाबियों को, सिखों को कोई गद्दार कह रहा है, कोई देशद्रोही कह रहा है,
कोई एंटी नेशनल कह रहा है, कोई माओइस्ट कह रहा है, कोई खालिस्तानी कह रहा है। कम से कम इनको प्रधानमंत्री जी को छोटी चेतावनी देनी चाहिए, इनको रोकना चाहिए कि भाई ऐसी बातें आप मत करो। जिनकी जमानतें जब्त होनी है वो हमारे ऊपर इल्ज़ाम लगा रहे हैं। पंजाब में आपको कोई पूछता नहीं और बीजेपी का भट्ठा बैठा हुआ है। बीजेपी को कोई गांव में जाने नहीं दे रहा, शहरों के अंदर वो घरों से बाहर नहीं निकल पा रहे। आपके उम्मीदवार है कहाँ पे जो इलेक्शन लड़ रहे हैं? आपकी जमानतें जब्त होनी है। और अकाली दल की मुझे हैरानगी है कि वो कह रहा है हमारे कागज रद्द करा दिए, आम आदमी पार्टी कह रही हमारे भी कागज रद्द करा दिए। अरे भाई 1500 उम्मीदवार अकाली दल के इलेक्शन लड़ रहे हैं, 1600 उम्मीदवार ये इलेक्शन लड़ रहे हैं आम आदमी पार्टी के, क्योंकि उनको पता है। मैंने कहा कि अगर सचमुच आप में जुर्रत है और आप कह रहे हो कि हमारे पहले कागज रद्द करा दिए, लेकिन जिनके कागज ठीक हुए हैं क्या वो इलेक्शन जीत पाएंगे? ये जमानतें जब्त होगी। आपका डर बोल रहा है, आप डरे हुए हो, बहके हुए हो और डरे हुए लोगों की जमानतें जब्त होती हैं। ਆ ਜਿਹੜੀ ਲੜਾਈ ਕਿਸਾਨੀ ਦੀ ਹੈ, ਕਿਸੇ ਧਰਮ ਦੀ ਲੜਾਈ ਨਹੀਂ ਹੈ। ਆ ਸਮੁੱਚੇ ਕਿਸਾਨੀ ਦੀ ਲੜਾਈ ਹੈ। ਇਹ ਇੱਕ ਧਰਮ ਨਾਲ ਜੋੜਨਾ ਸਹੀ ਨਹੀਂ ਹੈ ਕਿ ਇਹ ਲੜਾਈ ਕਿਸਾਨੀ ਦੀ। ਅੱਜ ਯੂਪੀ ਤੋਂ ਲੈ ਕੇ ਕੇਰਲਾ ਤੋਂ ਲੈ ਕੇ ਮਹਾਰਾਸ਼ਟਰ ਦੇ ਕਿਸਾਨ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਆ। ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ, ਜੋ ਏਜੰਡਾ ਹੈ ਕਿਸਾਨੀ ਦਾ ਉਹਦੇ ਤਰਫ ਗੱਲ ਕਰਨ ਤੇ ਜਲਦੀ ਆਪਣੀ ਜਿੱਤ ਸੱਦਣ ਤੇ ਇਨਸਾਫ ਦੇਣ ਕਿਸਾਨਾਂ ਨੂੰ। ਸੋ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਬਾਅਦ ਲਗਾਤਾਰ ਸਿਆਸੀ ਬਿਆਨਾਂ ਦੀ ਝੜੀ ਲੱਗੀ ਹੋਈ ਹੈ। ਕੁਝ ਬਿਆਨ ਸੀ ਜੋ ਤੁਹਾਨੂੰ ਸੁਣਾਏ ਨੇ ਤੇ ਲਗਾਤਾਰ ਅਜਿਹੇ ਕਈ ਬਿਆਨ ਹੋਰ ਸਾਹਮਣੇ ਆ ਰਹੇ ਨੇ। ਸੋ ਹੁਣ ਅਗਲੀ ਖਬਰ ਦੇ ਵੱਲ ਵਧੀਏ ਤਾਂ ਨੌਦੀਪ ਕੌਰ ਦੇ ਮਾਮਲੇ ਦੇ ਵਿੱਚ ਹੁਣ ਅੱਗੇ ਵਧਾਂਗੇ ਕਿ ਆਖਰਕਾਰ ਕੌਣ ਹੈ ਨੌਦੀਪ, ਕਿਉਂ ਉਸ ਦਾ ਮਾਮਲਾ ਇਸ ਤਰ੍ਹਾਂ ਲਗਾਤਾਰ ਕਿਸਾਨੀ ਅੰਦੋਲਨ ਦੇ ਦਰਮਿਆਨ ਉੱਠਿਆ ਹੈ, ਕਿਉਂ ਉਹਦੀਆਂ ਫੋਟੋਆਂ ਦੇ ਨਾਲ ਉਸ ਨੂੰ ਰਿਹਾ ਕਰਨ ਦੀ ਮੰਗ ਹੋ ਰਹੀ ਹੈ। ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੰਪੇਨ ਚਲਾਈ ਜਾ ਰਹੀ ਹੈ। ਡੱਲਾ ਜੀ, ਪਹਿਲਾਂ ਤਾਂ ਨੌਦੀਪ ਦੇ ਮਾਮਲੇ ਦੇ ਵਿੱਚ ਸ਼ੁਰੂਆਤ ਕਰੀ ਕਿ ਆਖਰਕਾਰ ਕੌਣ ਹੈ ਨੌਦੀਪ? ਦੇਖੋ 23 ਸਾਲਾਂ ਦੀ ਇਹ ਕੁੜੀ ਹੈ ਔਰ ਇਹਦੇ ਬਾਰੇ ਪਤਾ ਹੀ ਲੱਗਿਆ ਹੈ ਕਿ ਇਹ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਹੈ। ਮਜ਼ਦੂਰਾਂ ਦੇ ਹੱਕਾਂ 'ਚ, ਔਰਤਾਂ ਦੇ ਹੱਕ 'ਚ ਇਹ ਕੁੜੀ ਆਵਾਜ਼ ਬੁਲੰਦ ਕਰਦੀ ਰਹੀ ਹੈ। ਲੰਮੇ ਸਮੇਂ ਤੋਂ ਇਹ ਭਾਵਨਾਤਮਕ ਤੌਰ 'ਤੇ ਇਹਨਾਂ ਲੋਕਾਂ ਦੇ ਦੁੱਖ 'ਚ ਉਹਨਾਂ ਦੇ ਨਾਲ ਖੜੀ ਔਰ ਉਹਨਾਂ ਨੂੰ ਸੇਧ ਚੇਤਨਾ ਦੇਣ ਦਾ ਕੰਮ ਕਰਦੀ ਰਹੀ ਹੈ। ਜਿਸ ਤਰੀਕੇ ਦੀ ਜਾਣਕਾਰੀ ਹਜੇ ਤੱਕ ਹਾਸਲ ਹੋਈ ਹੈ, 23 ਸਾਲਾਂ ਦੀ ਉਮਰ ਹੈ ਔਰ ਹਰਿਆਣਾ ਪੁਲਿਸ ਵੱਲੋਂ ਇਸ ਨੂੰ ਇੱਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲੇ ਤੱਕ ਇਹਦੀ ਜ਼ਮਾਨਤ ਨਹੀਂ ਹੋਈ, ਸੈਸ਼ਨ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲੀ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਕਾਨੂੰਨੀ ਸਹਾਇਤਾ ਹੈ ਹੋਰ ਜ਼ਿਆਦਾ ਇਹਨੂੰ ਦਿੱਤੀ ਜਾਣੀ ਬਣਦੀ ਹੈ। ਔਰ ਹੁਣ ਕਿਉਂਕਿ ਕਿਸਾਨ ਅੰਦੋਲਨ ਵੀ ਹੈ, ਕਿਸਾਨ ਅੰਦੋਲਨ 'ਚ ਵੀ ਗੱਲ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਹੈ, ਮਜ਼ਦੂਰਾਂ ਦੇ ਅਧਿਕਾਰਾਂ ਦੀ ਹੋ ਰਹੀ ਹੈ। ਸੋ ਹੁਣ ਇੱਕ ਪ੍ਰਤੀਨਿਧੀ ਮੰਡਲ ਵੀ ਸਰਨਾ ਹੋਰਾਂ ਦੀ ਅਗਵਾਈ ਦੇ ਵਿੱਚ ਮਿਲ ਕੇ ਆਇਆ, ਮੁਲਾਕਾਤ ਕਰਕੇ ਆਇਆ। ਅਗਰ ਸਰਨਾ ਹੋਰਾਂ ਦੀ ਤੁਹਾਡੇ ਕੋਲੇ ਗੱਲਬਾਤ ਹੈ ਉਹ ਵੀ ਤੁਸੀਂ ਜ਼ਰੂਰ ਸੁਣਾਇਓ। ਉਧਰ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਵੀ ਇਹ ਗੱਲ ਆਈ ਹੈ ਔਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਤੌਰ ਦੇ ਉੱਤੇ ਬਿਆਨ ਜਾਰੀ ਕੀਤਾ ਗਿਆ ਨੌਦੀਪ ਕੌਰ ਦੇ ਮਾਮਲੇ 'ਚ। ਔਰ ਪੰਜਾਬ ਐਸਸੀ ਕਮਿਸ਼ਨ ਨੇ ਇੱਕ ਅੰਗਰੇਜ਼ੀ ਅਖਬਾਰ 'ਚ ਵੀ ਇਹਦੀ ਖਬਰ ਲੱਗੀ ਹੋਈ ਸੀ। ਜਿਹੜਾ ਪੰਜਾਬ ਦਾ ਕਮਿਸ਼ਨ ਹੈ ਐਸਸੀ ਕਮਿਸ਼ਨ, ਉਹਨਾਂ ਨੇ ਸੂ ਮੋਟੋ ਲਿਆ, ਮਤਲਬ ਕਿ ਖੁਦ ਸੰਗਿਆਨ ਲਿਆ, ਖੁਦ ਧਿਆਨ ਲਿਆ। ਉਹ ਖਬਰ ਪੜ੍ਹਨ ਤੋਂ ਬਾਅਦ ਐਸਸੀ ਕਮਿਸ਼ਨ ਵੱਲੋਂ ਪੰਜਾਬ ਦੇ ਜਿਹੜੇ ਹੈਗੇ ਨੇ ਐਡੀਸ਼ਨਲ ਚੀਫ ਸੈਕਟਰੀ ਗ੍ਰਹਿ ਮੰਤਰਾਲੇ, ਗ੍ਰਹਿ ਮਹਿਕਮੇ ਨਾਲ ਜਿਹੜੇ ਜੁੜੇ ਨੇ, ਉਹਨਾਂ ਨੂੰ ਇਸ ਮਾਮਲੇ 'ਚ ਦਖਲ ਦੇਣ ਲਈ ਕਿਹਾ ਪੰਜਾਬ ਐਸਸੀ ਕਮਿਸ਼ਨ ਵੱਲੋਂ, ਤਾਂ ਕਿ ਛੇਤੀ ਤੋਂ ਛੇਤੀ ਜਿਹੜੀ ਇਹ ਪੀੜਤ ਹੈ ਇਹਦੀ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਸਕੇ। ਔਰ 23 ਫਰਵਰੀ ਤੱਕ ਰਿਪੋਰਟ ਮੰਗੀ ਹੈ ਗ੍ਰਹਿ ਸਕੱਤਰ ਤੋਂ। ਔਰ ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਜਿਹੜੇ ਚੇਅਰਪਰਸਨ ਨੇ ਬੀਬੀ ਤਜਿੰਦਰ ਕੌਰ, ਉਹਨਾਂ ਨੇ ਜਿਹੜੀ ਹੈ ਇਹ ਪੂਰੀ ਜਾਣਕਾਰੀ ਹਾਸਲ ਕੀਤੀ ਹੈ। ਜਿਹੜੀ ਇਹ ਪੀੜਤ ਲੜਕੀ ਹੈ ਨੌਦੀਪ ਕੌਰ, ਇਹ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਵਸਨੀਕ ਹੈ। ਇਹ ਮੁਕਤਸਰ ਸਾਹਿਬ ਨਾਲ ਇਹਦਾ ਸੰਬੰਧ ਹੈ ਔਰ ਸਿੱਧਾ ਦਖਲ ਦੇਣ ਲਈ ਉਹਨਾਂ ਨੇ ਲਿਖਿਆ ਕਿ ਗ੍ਰਹਿ ਮੰਤਰਾਲਾ ਪੰਜਾਬ ਦਾ ਗ੍ਰਹਿ ਮਹਿਕਮਾ ਸਿੱਧੇ ਤੌਰ 'ਤੇ ਇਸ ਕੇਸ 'ਚ ਦਖਲ ਦੇਵੇ ਔਰ ਇਸ ਮਾਮਲੇ ਦੇ ਵਿੱਚ ਬਣਦੀ ਕਾਨੂੰਨੀ ਸਹਾਇਤਾ ਜਿਹੜੀ ਉਹ ਵੀ ਜਿਹੜੀ ਹੈ ਦਿੱਤੀ ਜਾਵੇ। ਸੋ ਮੈਨੂੰ ਇਹ ਆਸ ਹੈ ਹੁਣ ਕਿ ਨੌਦੀਪ ਕੌਰ ਨੂੰ ਜਦੋਂ ਜ਼ਿਆਦਾ ਕਾਨੂੰਨੀ ਸਹਾਇਤਾ ਮਿਲੂਗੀ ਤੇ ਜ਼ਮਾਨਤ ਦਾ ਰਾਹ ਵੀ ਪੱਧਰਾ ਹੋਊਗਾ ਤੇ ਜ਼ਰੂਰ ਜੇਲ੍ਹ ਦੇ ਵਿੱਚੋਂ ਇਹ ਜਿਹੜੀ ਲੜਕੀ ਹੈ ਇਹ ਬਾਹਰ ਆਏਗੀ। ਜੀ,
ਬਿਲਕੁਲ। ਸੋ ਨਵਦੀਪ ਹੋਣਾ ਨੂੰ ਸਰਨਾ ਧੜੇ ਦੇ ਜਿਹੜਾ ਸਰਨਾ ਗਰੁੱਪ ਦੇ ਵੱਲੋਂ ਕੁਝ ਮੈਂਬਰ ਮਿਲ ਕੇ ਆਏ ਨੇ ਜੇਲ੍ਹ ਦੇ ਵਿੱਚ ਕਿ ਆਖਰਕਾਰ ਕਿਹੋ ਜਿਹੇ ਉਹਦੇ ਹਾਲਾਤ ਨੇ, ਕੀ ਕੁਝ ਉਸ ਦੇ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ ਦੇ ਵਿੱਚ। ਸਿੱਧੀ ਸਰਨਾ ਹੋਣਾ ਦੀ ਗੱਲਬਾਤ ਹੀ ਸੁਣਦੇ ਹਾਂ। ਪਿਛਲੇ ਹਫ਼ਤੇ ਸਾਨੂੰ ਬੀਬੀ ਨਵਦੀਪ ਕੌਰ ਪਤਾ ਚੱਲਿਆ ਵੀ ਪੁਲਿਸ ਬੜੇ ਤਸੀਹੇ ਕਰ ਰਹੀ ਹੈ ਔਰ ਉਹਨਾਂ ਨੂੰ ਕਰਨਾਲ ਜੇਲ੍ਹ ਵਿੱਚੋਂ ਕੈਦ ਹੈ। ਅਸੀਂ ਸਰਦਾਰ ਅੰਗਰੇਜ਼ ਸਿੰਘ ਉਹਨਾਂ ਨੂੰ ਭੇਜਿਆ ਕਰਨਾਲ ਵਾਲਿਆਂ ਨੂੰ ਉਹਦੇ ਪਤਾ ਕਰਨ ਵਾਸਤੇ। ਉਹਨਾਂ ਨੇ ਦੱਸਿਆ ਕਿ ਮੈਂ ਜੇਲ੍ਹ 'ਚ ਮਿਲ ਕੇ ਆਇਆ, ਬੀਬੀ ਦੇ ਸੱਟਾਂ ਤੇ ਲੱਗੀਆਂ ਹੋਈਆਂ। ਫਿਰ ਅਸੀਂ ਫੈਸਲਾ ਕੀਤਾ ਕਿ ਐਸਐਸਪੀ ਜਿਹੜੇ ਸੋਨੀਪਤ ਹੈਗੇ ਸਰਦਾਰ JS ਸੰਧਾਵਾ ਸਾਹਿਬ, ਉਹਨਾਂ ਨੂੰ ਅਸੀਂ ਟਾਈਮ ਲੈ ਲਿਆ। ਅੱਜ ਸਵੇਰੇ ਅਸੀਂ 11 ਵਜੇ ਦਾ ਸਾਡਾ ਟਾਈਮ ਸੀ, ਅਸੀਂ 11 ਵਜੇ ਉਹਨਾਂ ਦੇ ਦਫ਼ਤਰ ਪਹੁੰਚੇ। ਉਹਨਾਂ ਨੂੰ ਜਿਹੜੀ ਅਸੀਂ ਚਿੱਠੀ ਲਿਖੀ ਸੀ ਉਹਨਾਂ ਨੂੰ, ਬਈ ਬੀਬੀ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ ਔਰ ਤੁਸੀਂ ਇਸ ਦੀ ਇਨਵੈਸਟੀਗੇਸ਼ਨ ਦੁਬਾਰਾ ਕਰਾਈ ਜਾਵੇ ਔਰ ਬੀਬੀ ਅਗਰ ਬੇਲ ਵਾਸਤੇ ਅਪਲਾਈ ਕਰੇ ਤਾਂ ਉਹਦੇ ਵਿੱਚ ਰੁਕਾਵਟ ਨਾ ਪਾਈ ਜਾਵੇ। ਉਧਰ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਚਰਚਾਵਾਂ ਕਾਫੀ ਤੇਜ਼ ਨੇ ਕਿ ਨਵਜੋਤ ਸਿੰਘ ਸਿੱਧੂ ਆਖਰਕਾਰ ਕੱਲ ਦਿੱਲੀ ਕਿਉਂ ਗਏ ਨੇ, ਕਿਉਂ ਆਖਰਕਾਰ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਕਾਂਗਰਸ ਦੀ ਕੇਂਦਰੀ ਹਾਈ ਕਮਾਨ ਦੇ ਨਾਲ, ਕੀ ਕੁਝ ਇਸ ਮੀਟਿੰਗ ਦੇ ਵਿੱਚ ਰਿਹਾ, ਕੌਣ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲਬਾਤ ਕਰਦਾ ਨਜ਼ਰ ਆਇਆ, ਕਿਉਂਕਿ ਹਰੀਸ਼ ਰਾਵਤ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਮੀਟਿੰਗ ਦੇ ਵਿੱਚ ਗਏ ਨੇ। ਸੋ ਇਸ ਤੋਂ ਭਾਵ ਸੀ ਕਿ ਬਹੁਤ ਵੱਡਾ ਕੁਝ ਕਰਨ ਦੀ ਤਿਆਰੀ ਦੇ ਵਿੱਚ ਹੈ ਕਾਂਗਰਸ ਦੀ ਹਾਈ ਕਮਾਨ। ਇਸ ਨੂੰ ਲੈ ਕੇ ਗੱਲਬਾਤ ਅੱਗੇ ਵਧਾਉਂਦੇ ਹਾਂ। ਡੱਲਾ ਸਾਹਿਬ, ਕਿਸ ਤਰ੍ਹਾਂ ਵੇਖ ਰਹੇ ਹੋ ਜੋ ਮੀਟਿੰਗ ਹੋਈ ਹੈ, ਕੀ ਕੁਝ ਗੱਲਾਂ ਬਾਤਾਂ ਇਸ ਮੀਟਿੰਗ ਦੇ ਦੌਰਾਨ ਹੋਈਆਂ ਨੇ? ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅਗਲੇ ਸਾਲ ਚੋਣਾਂ ਨੇ ਪੰਜਾਬ 'ਚ। ਜੀ, ਆਪਾਂ ਫਰਵਰੀ ਮਹੀਨੇ 'ਚ ਬੈਠੇ ਹਾਂ ਗਗਨ, ਅੱਜ 9 ਫਰਵਰੀ ਹੋ ਗਈ। ਅਗਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਪੈਣ ਵਾਲੀਆਂ ਹੀ ਹੋਣੀਆਂ, ਕਿਉਂਕਿ ਮਾਰਚ ਤੱਕ ਤਾਂ ਸਰਕਾਰ ਦਾ ਗਠਨ ਹੋਣਾ ਜੀ। 2017 'ਚ ਮੈਨੂੰ ਲੱਗਦਾ ਹੈ 15, 16 ਜਾਂ 17 ਕੁ ਮਾਰਚ ਦੇ ਲਾਗੇ ਸਹੁੰ ਚੁੱਕ ਲਈ ਸੀ ਸਰਕਾਰ ਨੇ, ਕਿਉਂਕਿ ਉਦੋਂ ਮੈਂ ਚੰਡੀਗੜ੍ਹ ਹੀ ਸੀਗਾ ਜੀ। ਤੇ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਪੈਣ ਵਾਲੀਆਂ ਹੋਣਗੀਆਂ ਜਾਂ ਪੈ ਚੁੱਕੀਆਂ ਹੋਣਗੀਆਂ ਜਾਂ ਪੈਣ ਦੀ ਤਿਆਰੀ ਹੈ। ਮਤਲਬ ਕਿ ਪੂਰਾ 1 ਸਾਲ ਰਹਿ ਗਿਆ ਵੋਟਾਂ ਨੂੰ। ਤੇ ਕਾਂਗਰਸ ਨੇ ਪੰਜਾਬ 'ਚ ਢਾਂਚਾ ਭੰਗ ਕਰ ਰੱਖਿਆ। ਕਿਸਾਨ ਅੰਦੋਲਨ ਬਹੁਤ ਇੱਕ ਵੱਡਾ ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਬਦਲਣ ਵਾਲਾ ਅੰਦੋਲਨ ਬਣ ਗਿਆ। ਦੇਖੋ, ਕਿਸਾਨ ਅੰਦੋਲਨ ਨੇ ਪੰਜਾਬ ਦੇ ਸਿਆਸੀ ਸਮੀਕਰਨ ਬਦਲਤੇ। ਜੀ, ਅਜਿਹੇ ਵੇਲੇ 'ਚ ਹੁਣ ਪੰਜਾਬ 'ਚ ਭਵਿੱਖ 'ਚ ਜਿਹੜੀ ਵੀ ਪਾਰਟੀ ਨੇ ਸਿਆਸਤ ਕਰਨੀ ਹੈ, ਉਹਨੂੰ ਕਿਸਾਨਾਂ ਲਈ ਏਜੰਡਾ ਲਿਆਉਣਾ ਪੈਣਾ ਵੀ ਤੁਸੀਂ ਕਿਸਾਨਾਂ ਲਈ ਕਰੋਗੇ ਕੀ। ਦੇਖੋ, ਕੈਪਟਨ ਅਮਰਿੰਦਰ ਹੋਣਾ ਨੇ ਵੀ ਬਹੁਤ ਵਾਅਦੇ ਕੀਤੇ ਸੀ ਪਿਛਲੀ ਵਾਰੀ, ਚਲੋ ਉਹ ਪੂਰੇ ਤਾਂ ਨਹੀਂ ਹੋਏ, ਮੈਂ ਐਵੇਂ ਕਹਾਂ। ਘਰ ਘਰ ਕਰਜ਼ਾ ਮਾਫੀ, ਘਰ ਘਰ ਨੌਕਰੀ ਨਹੀਂ ਹੋਈ, ਸਾਰਿਆਂ ਦਾ ਸਾਰਾ ਹੀ ਕਰਜ਼ਾ ਮਾਫ ਨਹੀਂ ਹੋਇਆ। ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਕਿਸਾਨ ਅੰਦੋਲਨ 'ਚ ਭੂਮਿਕਾ ਇਹ ਰਹੀ ਹੈ ਕਿ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਨਾਲ ਆਪਣੇ ਆਪ ਨੂੰ ਖੜਾ ਕੇ ਰੱਖਿਆ। ਕਿਸਾਨ ਸੰਗਠਨਾਂ ਨੂੰ ਵੀ ਇਹ ਮਹਿਸੂਸ ਹੁੰਦਾ ਕਿਤੇ ਨਾ ਕਿਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਭਾਵਨਾ ਨੂੰ ਸਮਝਿਆ, ਉਹਨਾਂ ਦੀ ਤਕਲੀਫ ਨੂੰ ਸਮਝਿਆ। ਇਸੇ ਕਰਕੇ ਕੇਸ ਨਹੀਂ ਦਰਜ ਕੀਤੇ ਉਹਨਾਂ ਤੇ। ਇੱਕ ਤਰੀਕੇ ਦੀ ਔਰ ਇਲਜ਼ਾਮ ਵੀ ਲੱਗੇ ਕੈਪਟਨ ਅਮਰਿੰਦਰ ਤੇ, ਬੀਜੇਪੀ ਵੱਲੋਂ ਲਾਏ ਗਏ, ਅਕਾਲੀ ਦਲ ਵੱਲੋਂ ਸ਼ੁਰੂ 'ਚ ਲਾਏ ਗਏ। ਸ਼ੁਰੂ 'ਚ ਤਾਂ ਅਕਾਲੀ ਦਲ ਵੀ ਕਹਿੰਦਾ ਸੀ ਵੀ ਕੈਪਟਨ ਅਮਰਿੰਦਰ ਭੜਕਾ ਰਿਹਾ ਕਿਸਾਨਾਂ ਨੂੰ, ਹੈ ਜੀ। ਹੁਣ ਨਹੀਂ ਕਹਿੰਦੇ ਅਕਾਲੀ, ਹੁਣ ਅਕਾਲੀ ਕਹਿੰਦੇ ਨੇ ਵੀ ਬੀਜੇਪੀ ਨੇ ਕਾਨੂੰਨ ਗਲਤ ਬਣਾਏ। ਸ਼ੁਰੂ 'ਚ ਅਕਾਲੀ ਦਲ ਵਾਲੇ ਕਹਿੰਦੇ ਹੁੰਦੇ ਸੀ ਵੀ ਕੈਪਟਨ ਅਮਰਿੰਦਰ ਭੜਕਾ ਰਿਹਾ ਹੈ। ਨਰਿੰਦਰ ਤੋਮਰ ਲਿਖ ਕੇ ਦੇਣ ਨੂੰ ਤਿਆਰ ਹੈ ਵੀ MSP ਕਦੀ ਬੰਦ ਨਹੀਂ ਹੋਊਗੀ। ਅਕਾਲੀ ਦਲ ਵਾਲੇ ਨੇ ਦੇਖੋ ਕਿੱਡਾ ਛੜੱਪਾ ਮਾਰਿਆ ਦਿੱਲੀੋਂ ਸਿੱਧੇ ਪੰਜਾਬ, ਜੀ, ਹੈ ਜੀ। ਅਕਾਲੀ ਦਲ ਦਾ ਇਤਿਹਾਸ ਬੜਾ ਵੱਡਾ ਹੈ ਜੀ। ਆਜ਼ਾਦੀ 'ਚ ਕਿੱਡਾ ਯੋਗਦਾਨ ਪਾਇਆ ਅਕਾਲੀ ਦਲ ਨੇ। ਕਾਂਗਰਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੈ। ਮੈਂ ਇਹਨਾਂ ਦੋਨਾਂ ਪਾਰਟੀਆਂ ਬਾਰੇ ਤਾਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਦੇ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ, ਸ਼ਹੀਦੀਆਂ ਦਿੱਤੀਆਂ ਨੇ, ਇਸ ਤੋਂ ਬਿਨਾਂ ਵੀ ਦਿੱਤੀਆਂ ਨੇ। ਭਗਤ ਸਿੰਘ ਕਿਸੇ ਪਾਰਟੀ ਨਾਲ ਨਹੀਂ ਸੀ ਸੰਬੰਧਿਤ, ਪਰ ਪੰਜਾਬੀਆਂ ਨੇ, ਨੇਤਾ ਜੀ ਸੁਭਾਸ਼ ਚੰਦਰ ਬੋਸ, ਬੜੇ ਲੋਕ ਨੇ ਸਾਡੇ, ਹੈ ਜੀ। ਪਰ ਆਹ ਜਿਹੜਾ ਅਕਾਲੀ ਦਲ ਨੇ ਜਿਹੜੀ ਆਹ ਗੱਲ ਕੀਤੀ, ਆਹ ਛੜੱਪਾ ਜਿਹੜਾ ਅਕਾਲੀ ਦਲ ਨੇ ਮਾਰਿਆ, ਮੈਨੂੰ ਲੱਗਦਾ ਐਡਾ ਛੜੱਪਾ ਕਦੀ ਕਿਸੇ ਪਾਰਟੀ ਨੇ ਨਹੀਂ ਮਾਰਿਆ। ਵੀ ਸਿੱਧਾ ਹੀ ਤਾਰੀਫ ਕਰਦੇ ਕਰਦੇ ਵਿਰੋਧ 'ਚ ਆ ਗਏ ਹੁਣ ਜੀ। ਜਾਂ ਐਂ ਕਹਿ ਲਓ ਵੀ ਪਹਿਲਾਂ ਅਕਾਲੀ ਦਲ ਨੇ ਕੋਸ਼ਿਸ਼ ਕੀਤੀ ਵੀ ਚਲੋ ਸ਼ਾਇਦ ਇਹ ਗੱਲ ਠੰਡੀ ਹੋ ਜਾਏ। ਜਦੋਂ ਨਹੀਂ ਠੰਡੀ ਪਈ, ਜਦੋਂ ਪਤਾ ਲੱਗ ਗਿਆ ਵੀ ਕਿਸਾਨ ਤੁਰ ਪਏ, ਟਰੈਕਟਰ ਟਰਾਲੀਆਂ ਲੈ ਕੇ ਸੜਕਾਂ ਤੇ ਆ ਗਏ, ਧਰਨੇ ਜਾਮ ਕਰਤੇ। ਜਦੋਂ ਅਕਾਲੀ ਵਰਕਰਾਂ ਨੇ ਅਕਾਲੀ ਲੀਡਰਾਂ ਨੂੰ ਕਹਿਣਾ ਸ਼ੁਰੂ ਕਰਤਾ ਵੀ ਭਾਈ ਤੁਸੀਂ ਨਾ ਸਮਝਾਓ ਸਾਨੂੰ ਜੀ ਵੀ ਇਹ ਕਾਨੂੰਨ ਸਹੀ ਨੇ, ਸਾਨੂੰ ਪਤਾ ਹੈ ਜ਼ਮੀਨ 'ਚ ਕਾਨੂੰਨ ਹੈਗੇ ਕਿੱਥੇ ਹੈ ਜੀ। ਦੇਖੋ, ਕੋਈ ਵੀ ਕਾਨੂੰਨ ਹੈ, ਸਾਰੀ ਚੀਜ਼ ਤਾਂ ਮਾੜੀ ਨਹੀਂ ਹੁੰਦੀ, ਪਰ ਜੇ ਤੁਸੀਂ ਇਕੱਲੇ 1-2 ਪੱਖ ਚੰਗੇ ਆ ਉਹਨਾਂ ਨੂੰ ਪ੍ਰਚਾਰ ਕਰੋ ਤੇ ਬਾਕੀ ਗੱਲਾਂ ਨੂੰ ਅਣਗੌਲਿਆਂ ਕਰੋ, ਉਹ ਵੀ ਗਲਤ ਹੈ।
ਜੀ ਚੰਗੇ ਪੱਖ ਕਾਨੂੰਨ ਦੇ ਆ ਉਹ ਸਾਰਵਜਨਿਕ ਕਰੋ, ਲੋਕਾਂ ਨਾਲ ਵਿਚਾਰੋ, ਪਰ ਜਿਹੜੇ ਪੱਖ ਕਮਜ਼ੋਰ ਹੈ ਉਹਨਾਂ ਨੂੰ ਵੀ ਤਾਂ ਸਵੀਕਾਰ ਕਰੋ ਨਾ। ਬਿਲਕੁਲ। ਹੈ ਜੀ। ਸੋ ਇਸ ਕਰਕੇ ਹੁਣ ਅਕਾਲੀ ਦਲ ਜਮਾ ਹੀ ਵਿਰੋਧੀ ਹੋ ਗਿਆ ਤੇ ਕੈਪਟਨ ਅਮਰਿੰਦਰ ਸ਼ੁਰੂ ਤੋਂ ਇੱਕੋ ਸਟੈਂਡ ਤੇ ਆ ਇਹਨਾਂ ਕਾਨੂੰਨਾਂ ਦੇ ਮਸਲੇ ਤੇ। ਔਰ ਜਿਹੜਾ ਮੈਂ ਬਾਰ-ਬਾਰ ਕਹਿਣਾ, ਮੈਂ ਪੰਜਾਬ ਦੀ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਨੇ ਜਿਹੜੇ 3 ਸਾਲ ਦੀ ਸਜ਼ਾ ਦਾ ਪਾਸ ਕੀਤਾ ਮਤਾ, ਨਾ ਸਾਡੇ ਕਿਸਾਨ ਉਹਨੂੰ ਅੱਗੇ ਲੈ ਕੇ ਗਏ। ਜੀ ਹਾਲਾਂਕਿ ਕਾਂਗਰਸ ਦੀ ਸਰਕਾਰ ਨੇ, ਪੰਜਾਬ ਵਾਲੀ ਨੇ ਵੀ ਉਹਨੂੰ ਬਹੁਤ ਜ਼ੋਰ ਸ਼ੋਰ ਨਾਲ ਅੱਗੇ ਨਹੀਂ ਲਗਾਏ। ਜੀ ਉਹ ਲੈ ਕੇ ਜਾਣਾ ਚਾਹੀਦਾ ਸੀ। ਕਿਸਾਨ ਨਾਲ, ਪੰਜਾਬ ਦੇ ਕਿਸਾਨ ਨਾਲ ਧੱਕਾ ਕਰਨ ਵਾਲੇ ਨੂੰ 3 ਸਾਲ ਦੀ ਸਜ਼ਾ, ਇਹ ਪੰਜਾਬ ਦੀ ਵਿਧਾਨ ਸਭਾ ਦਾ ਕਾਨੂੰਨ ਹੈ। ਜੇ ਇਹੀ ਲਾਗੂ ਹੋ ਜੇ, ਪਾਸ ਕਰਾ ਗਏ ਅਸੀਂ, ਦੇਖੋ ਕਿੰਨੀ ਵੱਡੀ ਗੱਲ ਹੈ ਜੀ। ਬਿਲਕੁਲ। ਚਲੋ ਇਹ ਗੱਲ ਵਿੱਚ ਰਹਿ ਗਈ, ਪਰ ਹੁਣ ਅਜਿਹੀ ਸੂਰਤ ਦੇ ਵਿੱਚ ਸਿੱਧੂ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਸਿੱਧੂ ਰੋਟੀ ਖਾ ਕੇ ਆਇਆ ਕੈਪਟਨ ਨਾਲ। ਜੀ ਕੈਪਟਨ ਨੇ ਸੱਦਾ ਮਾਰਿਆ ਸੀ ਸਿੱਧੂ ਨੂੰ। ਹਰੀਸ਼ ਰਾਵਤ ਵਿੱਚ ਪਏ, ਸਾਬਕਾ ਮੁੱਖ ਮੰਤਰੀ ਨੇ, ਸਾਬਕਾ ਖੇਤੀਬਾੜੀ ਮੰਤਰੀ ਨੇ ਹਰੀਸ਼ ਰਾਵਤ। ਕਿੱਡਾ ਤਜਰਬਾ ਹੈ ਹਰੀਸ਼ ਰਾਵਤ ਦਾ। 2001, 2, 3 ਵੇਲੇ, ਮਤਲਬ ਅੱਜ ਤੋਂ 20 ਸਾਲ ਪਹਿਲਾਂ ਉਹ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਸੀ ਸੂਬੇ ਦੇ। ਜੀ ਹੈ ਜੀ, ਆਪਣੇ ਸੂਬਿਆਂ 'ਚ ਉਧਰ ਉੱਤਰਾਖੰਡ ਵਾਲੇ ਪਾਸੇ। ਹੁਣ ਹਰੀਸ਼ ਰਾਵਤ ਨੇ ਵਿੱਚ ਪੈ ਕੇ, ਹਰੀਸ਼ ਰਾਵਤ ਨੇ ਕਿਹਾ ਸੀ ਸਿੱਧੂ ਐਸਟ ਹੈ ਕਾਂਗਰਸ ਦਾ। ਜੀ ਔਰ ਸਿੱਧੂ ਨੇ ਕਿਸਾਨ ਅੰਦੋਲਨ 'ਚ, ਦੇਖੋ ਰਾਹੁਲ ਗਾਂਧੀ ਤੇ ਕੈਪਟਨ ਦੇ ਬੈਠੇ 2 ਗੱਲਾਂ ਕਹਿਤੀਆਂ ਸੀ ਵੀ ਸਾਨੂੰ ਕਾਨੂੰਨ ਰੱਦ ਕਰਨੇ ਪੈਣਗੇ ਸੈਸ਼ਨ ਬਣਾ ਕੇ, ਤੇ ਕਿਸਾਨਾਂ ਲਈ ਆਪਣੇ ਕਾਨੂੰਨ ਬਣਾਉਣੇ ਪੈਣਗੇ। ਸਿੱਧੂ ਦਾ ਸਟੈਂਡ ਉਦੋਂ ਵੀ ਸਪਸ਼ਟ ਸੀ, ਸਿੱਧੂ ਨੇ ਦੋਗਲੀ ਗੱਲ ਨਹੀਂ ਕੀਤੀ। ਜੀ ਹੁਣ ਵੀ ਉਹ ਟਵੀਟ ਕਰ ਕਰਕੇ ਸਿੱਧੂ ਬਾਰ-ਬਾਰ ਕਹਿ ਰਿਹਾ ਕਿ ਸਾਨੂੰ ਸੂਬੇ ਦੀ ਸਰਕਾਰ ਨੂੰ ਆਪਣੀ ਖੇਤੀ ਨੂੰ ਸਾਂਭਣ ਲਈ ਵਿਉਂਤਬੰਦੀ ਬਣਾਉਣੀ ਪੈਣੀ। ਦੇਖੋ ਸਿੱਧੂ ਦਾ ਦਿਮਾਗ ਤਾਂ ਕਾਨੂੰਨ ਵਾਲੇ ਪਾਸੇ ਚੱਲ ਪਿਆ। ਜੀ ਔਰ ਸਿੱਧੂ ਨੇ ਪਹਿਲਾਂ ਵੀ ਪਾਲਿਸੀਆਂ, ਸ਼ਰਾਬ ਦੀਆਂ ਵੀ ਸਰਕਾਰੀ ਵੇਚੋ, ਰੇਤਾ ਵੀ ਆਪਾਂ ਵੇਚ ਕੇ ਸਰਕਾਰ ਕੋਲੇ ਪੈਸਾ ਆਵੇ। ਸਿੱਧੂ ਕੋਲੇ ਦਿਮਾਗ ਜਿਹਾ ਹੈ ਕਿ ਕਿਵੇਂ ਅਸੀਂ ਸੂਬੇ ਨੂੰ ਆਤਮ ਨਿਰਭਰ ਬਣਾਉਣਾ ਹੈ। ਕੈਪਟਨ ਨਾਲ ਹਰੀਸ਼ ਰਾਵਤ ਨੇ ਉਹਨਾਂ ਦੀ ਆਪਸ 'ਚ ਮਨਮਟਾ ਖਤਮ ਕਰਾਤਾ। ਹੁਣ ਤਾਂ ਰੋਟੀ ਸਾਂਝੀ ਕਰ ਲਈ ਦੋਨਾਂ ਨੇ ਉੱਥੇ। ਜੀ ਹਾਂਜੀ, ਜੱਫੀ ਵੀ ਪਾਈ ਸੀ ਦੋਨਾਂ ਨੇ। ਸੋ ਇਸ ਕਰਕੇ ਹੁਣ ਸੋਨੀਆ ਗਾਂਧੀ ਨੇ ਜਿਹੜਾ ਸੱਦਿਆ, ਹਰੀਸ਼ ਰਾਵਤ ਨਾਲ ਸੀ। ਮੈਨੂੰ ਇਹ ਲੱਗਦਾ ਹੈ ਕਿ ਇੱਕ ਗੱਲ ਤੈਅ ਹੈ ਕਿ ਅਗਲੀਆਂ ਚੋਣਾਂ ਕਾਂਗਰਸ, ਮੈਨੂੰ ਲੱਗਦਾ ਹੈ ਕਾਂਗਰਸ ਪੰਜਾਬ ਦੀਆਂ ਅਗਲੀਆਂ ਚੋਣਾਂ ਸਿੱਧੂ ਦੀ ਪ੍ਰਧਾਨਗੀ 'ਚ ਲੜਨਾ ਚਾਹੂਗੀ ਜੀ ਜਾਂ ਲੜੂਗੀ। ਸਿੱਧੂ ਨਾ ਤਾਂ ਮੰਤਰੀ ਦਾ ਅਹੁਦਾ ਲਵੇ ਹੁਣ, ਜੀ ਨਾ ਡਿਪਟੀ ਮੁੱਖ ਮੰਤਰੀ ਦਾ ਲਵੇ। ਸਿੱਧੂ ਬਣੂਗਾ ਤੇ ਮੈਨੂੰ ਲੱਗਦਾ ਪ੍ਰਧਾਨ ਬਣੂਗਾ ਕਾਂਗਰਸ ਪਾਰਟੀ ਦਾ। ਕੈਪਟਨ ਅਮਰਿੰਦਰ ਭਾਵੇਂ ਅਗਲੀ ਵਾਰੀ ਮੁੱਖ ਮੰਤਰੀ ਦਾ ਚਿਹਰਾ ਬਣ ਜੇ ਸਿੱਧੂ ਨਾਲ ਸਹਿਮਤੀ ਤੋਂ ਬਾਅਦ, ਭਾਵੇਂ ਤੈਅ ਕਰ ਲੈਣ ਵੀ 1 ਸਾਲ ਜਾਂ 2 ਸਾਲ ਕੈਪਟਨ ਮੁੱਖ ਮੰਤਰੀਸ਼ਿਪ ਕਰੂਗਾ, ਉਸ ਤੋਂ ਬਾਅਦ ਨਵਜੋਤ ਸਿੱਧੂ ਕੁਰਸੀ ਸੰਭਾਲੂਗਾ। ਜੀ ਸਮਝੌਤੇ ਦੇ ਫਾਰਮੂਲੇ ਨਿਕਲ ਜਾਂਦੇ ਆ ਨਾ, ਜਿਵੇਂ ਦੇਖੋ ਆਪਣੀ ਸਰਕਾਰ ਵੀ ਤਾਂ ਸਮਝੌਤੇ ਦੇ ਫਾਰਮੂਲੇ ਲਏ ਹੋਏ ਨੇ ਨਾ। ਜੀ ਕਹਿੰਦੇ ਵੀ ਆਪਾਂ ਸੰਸ਼ੋਧਨ ਕਰ ਲੈਂਦੇ ਆ, ਬਿੰਦੂਵਾਰ ਚਰਚਾ ਕਰਕੇ ਅਸੀਂ ਸੰਸ਼ੋਧਨ ਕਰ ਲੈਂਦੇ ਆ। ਕਿਸੇ ਵੀ ਮਨਮਟਾਅ ਦੀ ਸਥਿਤੀ 'ਚ ਸਮਝੌਤਾ ਤਾਂ ਹੁੰਦਾ ਹੀ ਹੈ। ਜੀ ਜਾਂ ਕੈਪਟਨ, ਕਿਉਂਕਿ ਪਿਛਲੀ ਵਾਰੀ ਦੇਖੋ ਕੈਪਟਨ ਨੂੰ ਤੁਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ। ਕੈਪਟਨ ਅਮਰਿੰਦਰ ਨੂੰ, ਕੈਪਟਨ ਅਮਰਿੰਦਰ ਨੇ ਪਿਛਲੀ ਵਾਰੀ ਕੀ ਕਿਹਾ ਸੀ, ਆਖਰੀ ਚੋਣ ਹੈ, ਕੋਈ ਵੱਡੀ ਗੱਲ ਨਹੀਂ। ਕੈਪਟਨ ਅਮਰਿੰਦਰ ਨੇੜੇ ਆ ਕੇ ਨਵਜੋਤ ਸਿੰਘ ਸਿੱਧੂ ਨੂੰ ਆਪ ਹੀ ਆਸ਼ੀਰਵਾਦ ਦੇ ਜਾਣ ਬਿਲਕੁਲ ਵੀ ਕਾਕਾ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਮੇਰੀ ਆਖਰੀ ਚੋਣ ਹੈ, ਆ ਜਾ ਅੱਗੇ। ਜਿਹੜੇ ਵੱਡੇ ਲੀਡਰ ਨੇ ਨਾ, ਕੈਪਟਨ ਅਮਰਿੰਦਰ ਵਰਗੇ ਜਾਂ ਪ੍ਰਕਾਸ਼ ਸਿੰਘ ਬਾਦਲ ਵੀ ਹੈ, ਠੀਕ ਹੈ, ਇਹਨਾਂ ਦੇ ਕਈ ਫੈਸਲੇ ਗਲਤ ਰਹੇ, ਕਈ ਫੈਸਲੇ ਚੰਗੇ ਰਹੇ। ਦੁਨੀਆ ਦਾ ਕੋਈ ਵੀ ਮਨੁੱਖ ਹਮੇਸ਼ਾ ਸਾਰੇ ਫੈਸਲੇ ਸਹੀ ਨਹੀਂ ਕਰਦਾ। ਅਸੀਂ ਵੀ ਲੈ ਲਈਏ ਗਗਨ, ਆਪਣੀ ਜ਼ਿੰਦਗੀ 'ਚ ਕੋਈ ਮਨੁੱਖ ਦੁਨੀਆ ਦਾ ਸਾਰੇ ਫੈਸਲੇ ਸਹੀ ਨਹੀਂ ਕਰਦਾ। ਕੁਝ ਫੈਸਲੇ ਉਸ ਤੋਂ ਉਹਦੀ ਸੋਚ ਮੁਤਾਬਕ ਭਾਵੇਂ ਸਹੀ ਹੁੰਦੇ ਹੋਣ, ਉਹ ਸਹੀ ਨਹੀਂ ਨਿਕਲਦੇ, ਰਿਜ਼ਲਟ ਨਹੀਂ ਨਿਕਲਦੇ, ਕਿਉਂਕਿ ਅਸੀਂ ਨਤੀਜਿਆਂ ਤੇ ਜਾਂਦੇ ਹਾਂ। ਬਿਲਕੁਲ। ਸੋ ਇਸ ਕਰਕੇ ਦੇਖੋ ਪਤੰਗ ਵੀ ਸਾਡੇ, ਆਪਾਂ ਇੱਕ ਪਤੰਗ ਨਾਲ ਸਾਰੇ ਪਤੰਗ ਤਾਂ ਨਹੀਂ ਨਾ ਕੱਟ ਸਕਦੇ। ਬਿਲਕੁਲ ਜਿੰਨੀ ਮਰਜ਼ੀ ਚੰਗੀ ਡੋਰ ਹੋਵੇ, ਤੁਸੀਂ 1 ਗੁੱਡਾ ਕੱਟ ਦਿਓਗੇ, 2 ਕੱਟ ਦਿਓਗੇ, 3 ਕੱਟ ਦਿਓਗੇ, ਆਖਰ 'ਚ ਤੁਹਾਡਾ ਵੀ ਕੱਟਿਆ ਜਾਣਾ। ਜੀ ਜਦੋਂ ਅਸੀਂ ਛੋਟੇ ਹੁੰਦੇ ਸੀ, ਲੋਹੜੀ ਵਾਲੇ ਦਿਨ ਪੰਜਾਬ 'ਚ, ਬਸੰਤ ਵਾਲੇ ਦਿਨ ਬੜੇ ਪਤੰਗ ਚੜ੍ਹਦੇ ਆ ਜੀ। ਲੈ ਕੇ ਜਿੰਨੇ ਪਤੰਗ ਆਉਣੇ, ਸ਼ਾਮ ਨੂੰ ਲੁੱਟੇ ਹੋਏ ਵੱਧ ਹੁੰਦੇ ਸੀ। ਬਿਲਕੁਲ। ਔਰ ਕੱਟਣੇ ਵੀ ਕਈ, ਕਟਵਾਉਣੇ ਵੀ ਕਈ। ਜੀ ਸੋ ਸ਼ਾਮ ਨੂੰ ਜਦੋਂ ਹਨੇਰਾ ਹੋ ਜਾਂਦਾ ਸੀ, ਫਿਰ ਉਦੋਂ ਆਪਾਂ ਡੋਲਾ ਵੀ ਉਡਾ ਲੈਂਦੇ ਸੀ ਕਈ ਵਾਰੀ। ਅਗਲੇ ਦਿਨ ਸਵੇਰੇ ਹਿਸਾਬ ਕਰਨਾ ਵੀ ਇੰਨੇ ਲਿਆਂਦੇ ਸੀ ਤੇ ਇੰਨੇ ਹੋ ਗਏ, ਮਤਲਬ ਵੱਧ ਗਏ, ਤੇ ਕੱਟੇ ਵੀ ਬਹੁਤ ਤੇ ਕਟਵਾਏ ਵੀ ਬਹੁਤ। ਸੋ ਰਾਜਨੀਤੀ 'ਚ ਇਸੇ ਤਰ੍ਹਾਂ ਨਹੀਂ ਹੁੰਦਾ। ਬਹੁਤ ਸਾਰੇ ਫੈਸਲੇ ਕੀਤੇ ਜਾਂਦੇ ਨੇ, ਕਈ ਫੈਸਲੇ ਚੰਗੇ, ਸਹੀ, ਗਲਤ, ਸਾਰੀ ਤਰ੍ਹਾਂ ਦੇ ਹੁੰਦੇ ਨੇ। ਹੁਣ ਸਿੱਧੂ ਤੇ ਕੈਪਟਨ 'ਚ ਕਿਤੇ ਨਾ ਕਿਤੇ ਸਮਝੌਤਾ ਕਾਂਗਰਸ ਕਰਾ ਚੁੱਕੀ ਹੈ। ਔਰ ਹੁਣ ਸਿੱਧੂ ਨੂੰ ਜਿਹੜਾ ਅੱਜ ਵੀ ਸੱਦਿਆ ਗਿਆ ਸੀ, ਦੇਖੋ ਜਦੋਂ ਹਰੀਸ਼ ਰਾਵਤ ਅੰਦਰ ਵੜੇ, ਉਹਨਾਂ ਦੇ ਹੱਥ 'ਚ ਲਿਸਟ ਸੀ, ਤੁਸੀਂ ਵੀਡੀਓ ਦੇਖੋ ਧਿਆਨ। ਜੀ ਉਹ ਇੱਕ ਕਾਗਜ਼ ਦੀ ਸੂਚੀ ਸੀ। ਹੋ ਸਕਦਾ ਹੈ ਕਿ ਇਹ ਡਿਸਕਸ ਹੋ ਰਿਹਾ ਹੋਵੇ ਕਿ ਪੰਜਾਬ 'ਚ ਜਦੋਂ ਪੰਜਾਬ ਕਾਂਗਰਸ ਦਾ ਪੁਨਰ ਗਠਨ ਕਰਨਾ, ਕਿਉਂਕਿ ਹੁਣ ਤਾਂ ਟੁੱਟੀ ਹੋਈ ਹੈ ਕਾਂਗਰਸ ਪੰਜਾਬ 'ਚ,
ਢਾਂਚਾ ਭੰਗ ਹੈ। ਸਿਰਫ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਜੀ। ਇੱਕ ਮੇਰਾ ਖਿਆਲ ਕੈਪਟਨ ਸੰਧੂ ਉਹਨਾਂ ਕੋਲੇ ਜ਼ਿੰਮੇਵਾਰੀ ਹੈ। ਹੁਣ ਜੇ ਨਵਜੋਤ ਸਿੱਧੂ ਨੂੰ ਜ਼ਿੰਮੇਵਾਰੀ ਮਿਲਦੀ ਹੈ ਤੇ ਹੋ ਸਕਦਾ ਪੂਰਾ ਪੰਜਾਬ ਦੇ ਢਾਂਚੇ ਤੇ ਉਹ ਸਿੱਧੂ ਦੀ ਰਾਏ ਵੀ ਲੈ ਰਹੇ ਹੋਣ। ਸੋਨੀਆ ਗਾਂਧੀ ਕੈਪਟਨ ਅਮਰਿੰਦਰ ਦੀ ਰਾਏ ਵੀ ਲਊਗੀ ਕਿਉਂਕਿ ਉਹ ਮੁੱਖ ਮੰਤਰੀ ਵੀ ਨੇ, ਵੱਡੇ ਲੀਡਰ ਨੇ। ਸੋ ਇਸ ਕਰਕੇ ਸਿੱਧੂ ਨਾਲ ਜਿਹੜੀ ਅੱਜ ਮੀਟਿੰਗ ਹੋਈ ਹੈ, ਕੱਲ ਮੀਟਿੰਗ ਹੋਈ ਹੈ ਜਿਹੜੀ, ਉਹ ਪੰਜਾਬ 'ਚ ਭਵਿੱਖ ਦੀ ਸਿਆਸਤ ਨੂੰ ਲੈ ਕੇ ਕਿਸਾਨ ਅੰਦੋਲਨ ਦੇ ਵਿੱਚ ਅਸੀਂ ਕਿਸਾਨ ਅੰਦੋਲਨ ਖਤਮ ਹੋਣ ਜਾਂ ਖਤਮ ਹੋਣ ਤੋਂ ਪਹਿਲਾਂ ਜਾਂ ਜਿਹੜਾ ਨਵਾਂ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਆਉਣਾ, ਦੇਖੋ ਦੁਬਾਰਾ ਸੈਸ਼ਨ ਬੁਲਾਣਾ ਕੈਪਟਨ ਅਮਰਿੰਦਰ ਨੇ ਪੰਜਾਬ ਵਿਧਾਨ ਸਭਾ ਦਾ, ਮੈਨੂੰ ਲੱਗਦਾ ਚੋਣਾਂ ਤੋਂ ਬਾਅਦ 14 ਫਰਵਰੀ ਤੋਂ ਬਾਅਦ ਸੱਦਣਗੇ ਜੀ। ਯਕੀਨ ਮੰਨੋ ਮੈਨੂੰ ਗਗਨਦੀਪ ਜੀ, ਮੈਨੂੰ ਇਹ ਪੂਰਾ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ, ਭਾਵੇਂ ਨਵਜੋਤ ਸਿੰਘ ਸਿੱਧੂ ਵੀ ਉਹਦੇ ਵਿੱਚ ਹੋਵੇ ਵਿਧਾਨ ਸਭਾ ਦੇ ਸੈਸ਼ਨ 'ਚ, ਕਿਸੇ ਨਾ ਕਿਸੇ ਪੰਜਾਬ ਦੀਆਂ ਸਬਜ਼ੀਆਂ ਤੇ MSP ਲਾ ਦੇਣਗੇ ਜੀ। ਮੈਨੂੰ ਇਹ ਲੱਗਦਾ, ਮੈਨੂੰ ਇਹ ਆਭਾਸ ਹੋ ਰਿਹਾ। ਸਿੱਧੂ ਨਾਲ ਵੀ ਇਹੀ ਚਰਚਾਵਾਂ ਹੋ ਰਹੀਆਂ ਹੋਣੀਆਂ, ਕੈਪਟਨ ਦੀਆਂ ਵੀ, ਸੋਨੀਆ ਗਾਂਧੀ ਦੀਆਂ ਵੀ ਅਸੀਂ ਪੰਜਾਬ 'ਚ ਕਿਸਾਨਾਂ ਲਈ ਕੁਝ MSP ਫਸਲਾਂ ਤੇ ਲੈ ਕੇ ਆਈਏ ਜੀ। ਮੈਨੂੰ ਲੱਗਦਾ ਸਬਜ਼ੀਆਂ ਤੇ ਲਿਆਉਣਗੇ। ਦੇਖੋ ਕੇਰਲਾ ਵਾਲਿਆਂ ਨੇ ਲਾਤੀਆਂ 16 ਤੇ ਫਲ ਸਬਜ਼ੀਆਂ ਤੇ। ਸੋ ਇਸ ਕਰਕੇ ਅਗਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਇਸ ਤਰ੍ਹਾਂ ਦੀ ਵਿਉਂਤਬੰਦੀ 'ਚ ਹੈ ਔਰ ਸਿੱਧੂ ਕਾਂਗਰਸ ਨੂੰ ਮਾਫਕ ਹੈ ਔਰ ਸਿੱਧੂ ਦੀ ਜਿਹੜੀ ਸੋਚ ਹੈ ਹਾਲ ਦੀ ਘੜੀ, ਉਹ ਪੰਜਾਬ ਨਾਲ ਖੜੀ ਹੈ ਜੀ। ਸਿੱਧੂ ਦੀ ਸੋਚ ਪੰਜਾਬ ਨਾਲ ਖੜੀ ਹੈ। ਬਹੁਤ ਵੱਡੀ ਗਿਣਤੀ 'ਚ ਲੋਕ ਵੀ ਸਿੱਧੂ ਦੀ ਇਸ ਸੋਚ ਨੂੰ ਸਵੀਕਾਰ ਕਰਦੇ ਨੇ। ਆਪਣੇ ਟੈਲੀਵਿਜ਼ਨ ਤੇ ਪ੍ਰੋਗਰਾਮ ਚੱਲਦੇ ਨੇ ਤਾਂ ਫੋਨ ਆ ਜਾਂਦੇ ਨੇ, ਸੋਸ਼ਲ ਮੀਡੀਆ ਤੇ ਆਪਣਾ ਪ੍ਰੋਗਰਾਮ ਜਾਂਦਾ ਤਾਂ ਹੇਠਾਂ ਕਮੈਂਟ ਆ ਜਾਂਦੇ ਨੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਬਿਲਕੁਲ। ਔਰ ਮੈਂ ਫਿਰ ਇੱਕ ਵਾਰੀ ਦੁਹਰਾ ਦਾਂ ਕਿ ਸਾਰਿਆਂ ਦਾ ਹੀ ਫਰਜ਼ ਹੈ ਕਿ ਪੰਜਾਬ ਪੱਖੀ ਸੋਚ, ਦੇਸ਼ ਪੱਖੀ ਸੋਚ, ਕੌਮੀਅਤ ਪੱਖੀ ਸੋਚ ਹੈ ਜਿਹੜੀ, ਉਹਨੂੰ ਵੱਧ ਤੋਂ ਵੱਧ ਉਭਾਰਿਆ ਜਾਵੇ, ਹਾਂ ਪੱਖੀ ਹੁੰਗਾਰੇ ਦੇ ਨਾਲ ਉਭਾਰਿਆ ਜਾਵੇ, ਤਾਂ ਕਿ ਜਿਹੜੇ ਲੋਕ ਕਿਤੇ ਨਾ ਕਿਤੇ ਪੰਜਾਬ ਪ੍ਰਤੀ ਨੈਗੇਟਿਵ ਪ੍ਰਚਾਰ ਕਰਦੇ ਨੇ, ਆਪਣਾ ਧਿਆਨ ਉਸ ਪਾਸੇ ਦੀ ਥਾਂ ਅੱਗੇ ਦੇਸ਼ ਦੀ ਔਰ ਪੰਜਾਬ ਦੀ ਤਰੱਕੀ ਵਾਲੇ ਪਾਸੇ ਲੱਗਿਆ ਜੀ। ਬਿਲਕੁਲ। ਸੋ ਲਗਾਤਾਰ ਜੋ ਨਵਜੋਤ ਸਿੰਘ ਸਿੱਧੂ ਹੋਣਾ ਨੂੰ ਲੈ ਕੇ ਚਰਚਾਵਾਂ ਸੀ, ਉਹ ਚਰਚਾਵਾਂ ਵੀ ਕਾਫੀ ਤੇਜ਼ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਬਾਰੇ ਹਰੀਸ਼ ਰਾਵਤ ਕੁਝ ਦਿਨ ਪਹਿਲਾਂ ਬਿਆਨ ਦਿੰਦੇ ਨੇ ਤੇ ਉਸ ਦੇ ਵਿੱਚ ਉਹ ਕਹਿ ਗਈ ਸੀ ਕਿ ਜਲਦ ਹੀ ਜਿਹੜੀ ਅਸੀਂ ਹਾਈ ਕਮਾਂਡ ਦੇ ਨਾਲ ਬੈਠਕ ਕਰਨ ਜਾ ਰਹੇ ਹਾਂ, ਜਿਸ ਤੋਂ ਬਾਅਦ ਜਲਦ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਵਾਂਗੇ। ਸੋ ਇਸ ਕਰਕੇ ਅੱਜ ਦੀ ਮੀਟਿੰਗ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਤੇ, ਮਾਫ ਕਰਨਾ, ਕੱਲ ਦੀ ਮੀਟਿੰਗ ਆਉਣ ਵਾਲੇ ਦਿਨਾਂ ਦੀ ਕਿਤੇ ਨਾ ਕਿਤੇ ਵੱਡੇ ਨਤੀਜਿਆਂ ਦੇ ਵੱਲ ਇਸ਼ਾਰਾ ਜ਼ਰੂਰ ਕਰ ਰਹੀ ਹੈ ਕਿ ਜਲਦ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਕਿਸੇ ਵੱਡੇ ਅਹੁਦੇ ਦੇ ਉੱਤੇ ਆ ਸਕਦੇ ਨੇ, ਕੋਈ ਵੱਡੀ ਜ਼ਿੰਮੇਵਾਰੀ ਨਵਜੋਤ ਸਿੰਘ ਸਿੱਧੂ ਦੇ ਮੋਢਿਆਂ ਦੇ ਉੱਤੇ ਹੋ ਸਕਦੀ ਹੈ। ਇੱਕ ਮੈਂ ਚੀਜ਼ ਦੱਸਦਾ ਜੀ, ਸਾਡਾ ਜਿਹੜਾ ਇਹ ਸ਼ੋਅ ਰਿਕਾਰਡ ਹੁੰਦਾ ਨਾ ਜੀ, ਇਹ ਹਰ ਰੋਜ਼ ਰਾਤ ਨੂੰ ਕਹਿ ਲਈਏ ਭਾਵੇਂ ਸਵੇਰ ਨੂੰ ਕਹਿ ਲਈਏ, ਇਹ 1:30 2 ਵਜੇ 2:30 ਵਜੇ ਦੇ ਆਸ-ਪਾਸ ਹੁੰਦਾ। 3 ਵਜੇ ਤੋਂ ਤੁਸੀਂ ਭਾਰਤੀ ਸਮੇਂ ਮੁਤਾਬਕ ਸਵੇਰੇ 3 ਵਜੇ ਤੋਂ ਇਹਨੂੰ ਦੇਖਣ ਵੀ ਲੱਗ ਜਾਂਦੇ ਹੋ ਜੀ। ਸੋ ਇਸ ਕਰਕੇ ਅੱਜ ਤੇ ਕੱਲ ਦਾ ਚੱਕਰ ਜਾ ਪਿਆ ਰਹਿੰਦਾ ਜੀ। ਰਾਤ ਨੂੰ ਸਵੇਰੇ ਤੜਕਸਾਰ ਆਪਾਂ ਕਹਿ ਦਈਏ 1:30 2 2:30 ਵਜੇ ਤੱਕ ਅਸੀਂ ਇਹ ਸਵੇਰੇ ਸਾਡੀ ਇਹ ਰਿਕਾਰਡਿੰਗ ਹੁੰਦੀ ਹੈ ਪ੍ਰੋਗਰਾਮ ਦੀ, ਤਾਂ ਕਿ ਸਾਰੇ ਦਿਨ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਅਸੀਂ ਸਮੇਟ ਲਈਏ ਔਰ ਉਹਦੇ 'ਚੋਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਤੁਹਾਡੇ ਨਾਲ ਸਾਰੀਆਂ ਅਸੀਂ ਹਾਂ ਪੱਖੀ ਹੁੰਗਾਰੇ ਦੇ ਨਾਲ ਪੰਜਾਬ ਦੇ ਹੱਕ 'ਚ, ਪੰਜਾਬ ਦੇ ਪੱਖ 'ਚ, ਮੁਲਕ ਦੀ ਤਰੱਕੀ 'ਚ ਉਹ ਸਾਰੀਆਂ ਸਾਂਝੀਆਂ ਕਰੀਏ ਜੀ। ਜੀ ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਅਪਡੇਟ ਸੀ ਜੋ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕੀਤੀਆਂ ਨੇ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਵੱਡੀਆਂ ਅਪਡੇਟ ਲੈ ਕੇ ਕਿ ਆਖਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿੱਧਰ ਨੂੰ ਜਾਂਦੀ ਹੈ, ਇਸ ਦੇ ਉੱਤੇ ਚਰਚਾ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕਰਾਂਗੇ। ਢਿੱਲੋਂ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।